ਵਾਹਿਗੁਰੂ ਜੀ। ਪਿਆਰੇ ਜੀ ਭੁੱਖ ਲੈਂਦੀ ਦੀਦ ਕੀਤੇ, 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 ਮੇਰੇ ਪਿਆਰੇ ਭੁੱਖ ਲੈਂਦੀ ਦੀਦ ਕੀਤੇ, ਪਿਆਰੇ ਜੀ ਭੁੱਖ ਲੈਂਦੀ ਦੀਦ ਕੀਤੇ, ਪਿਆਰੇ ਜੀ ਭੁੱਖ ਲੈਂਦੀ ਦੀਦ ਕੀਤੇ, ਪਿਆਰੇ ਭੁੱਖ ਲੈਂਦੀ ਦੀਦ ਕੀਤੇ, ਪਿਆਰੇ ਭੁੱਖ ਲੈਂਦੀ ਦੀਦ ਕੀਤੇ, ਪਿਆਰੇ ਜੀ ਭੁੱਖ ਲੈਂਦੀ ਦੀਦ ਕੀਤੇ, ਮਾਂ ਨੇ ਦੁੱਧ ਮੱਖਣਾ ਨਾਲ ਪਾਲਿਆ, ਮਾਂ ਨੇ ਦੁੱਧ ਮੱਖਣਾ ਨਾਲ ਪਾਲਿਆ ਜੀ, ਭੁੱਖ ਲੈਂਦੀ ਦੀਦ ਕੀਤੇ, ਪਿਆਰੇ ਜੀ ਭੁੱਖ ਲੈਂਦੀ ਦੀਦ ਕੀਤੇ, ਮਾਂ ਨੇ ਦੁੱਧ ਮੱਖਣਾ ਨਾਲ ਪਾਲਿਆ, ਮਾਂ ਨੇ ਦੁੱਧ ਮੱਖਣਾ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ, ਪਿਆਰੇ ਜੀ ਭੁੱਖ ਲੈਂਦੀ ਦੀਦ ਕੀਤੇ, ਮਾਂ ਨੇ ਦੁੱਧ ਮੱਖਣਾ ਨਾਲ ਪਾਲਿਆ, ਮਾਂ ਨੇ ਦੁੱਧ ਮੱਖਣਾ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ, ਪਿਆਰੇ ਜੀ ਭੁੱਖ ਲੈਂਦੀ ਦੀਦ ਕੀਤੇ, ਜੀ ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ, ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ, ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ, ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ, ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ, ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ, ਪਰਮ ਸਤਿਕਾਰਯੋਗ ਗੁਰਾਂ ਕੀ ਸੱਜੀ ਤੇ ਨਵਾਜੀ ਹੋਈ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਰਬ ਸੰਗਤਾਂ ਰੋਜ਼ਾਨਾ ਦੀ ਤਰ੍ਹਾਂ ਗੁਰੂ ਜੀ ਦੀ ਪਾਵਨ ਤੇ ਪਵਿੱਤਰ ਨਿੱਘੀ ਗੋਦ ਅੰਦਰ ਆਪਣੇ ਜੀਵਨ ਦੀਆਂ ਹਾਜ਼ਰੀਆਂ ਭਰਨ ਵਾਸਤੇ, ਮਨੁੱਖਾ ਜੀਵਨ ਸਫਲ ਕਰਨ ਵਾਸਤੇ ਅਪਾਰ ਕਿਰਪਾ ਕੀਤੀ। ਮੇਰੇ ਮਾਲਕ ਨੇ ਜਾਗਰਤਾ ਦੀ ਦਾਤ ਦਿੱਤੀ ਹੈ, ਸਭ ਤੋਂ ਵੱਡੀ ਜਾਗਰਤਾ ਦੀ ਦਾਤ ਹੈ। ਚੰਗੇ ਕਰਮਾਂ ਕਰਕੇ ਵੱਡੇ ਪੁੰਨ ਬੀਜੇ ਨੇ ਸਾਡੇ, ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਜਾਗਰਤਾ ਦੀ ਦਾਤ
ਸਾਥ ਦਿੰਦਾ ਪ੍ਰਮਾਤਮਾ। ਨਹੀਂ, ਹਰ ਇੱਕ ਦੇ ਕਰਮਾਂ ਵਿੱਚ ਨਹੀਂ ਹੈ। ਬੜੇ ਪਿਆਰ ਵਿੱਚ ਆ ਕੇ ਸ਼ਾਇਰ ਲਿਖਦਾ ਹੈ, ਭਾਗਹੀਨ ਕੋ ਨਾ ਮਿਲੇ ਭਲੀ ਵਸਤ ਕਾ ਭੋਗ, ਦਾਖ ਪੱਕੀ ਮੁਖ ਪਾਕ ਭਇਆ ਭਇਆ ਕਾਗ ਕੋ ਰੋਗ। ਉਹਨਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਿਨ੍ਹਾਂ ਨੇ ਕੁਝ ਕੀਤਾ। ਸੇਵਾ ਦੇਸ਼ ਦੀ ਜ਼ਿੰਦੜੀ ਹੈ, ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ। ਵੱਡੇ ਵੱਡੇ ਰਾਜੇ ਮਹਾਰਾਜਿਆਂ ਦਾ ਜ਼ਿਕਰ ਕਰਕੇ ਗੁਰੂ ਸਾਹਿਬ ਨੇ ਮਾਨ ਸੇ ਮਹੀਪ ਦਲੀਪ ਜੈਸੇ ਛਤਰ ਧਾਰੀ, ਮਾਨ ਧਾਤਾ ਰਾਜਾ ਹੋਇਆ ਜਿਹਨੇ ਜਗ ਸੰਸਾਰ ਤੇ ਆ ਕੇ ਉਹਦੇ ਏਡਾ ਕੁ ਵੱਡਾ ਰੱਥ ਸੀ, ਜਿੱਥੋਂ ਦੀ ਉਸ ਮਾਨ ਧਾਤਾ ਰਾਜੇ ਦਾ ਰੱਥ ਲੰਘ ਗਿਆ, ਉਸ ਰੱਥ ਦੇ ਪਹੀਆਂ ਦੇ ਨਾਲ ਹੀ ਕਦੇ ਸਮੁੰਦਰ ਬਣ ਗਏ। ਦੇਖੋ ਕਿੱਡਾ ਕੁ ਵੱਡਾ ਉਹਦਾ ਰੱਥ ਹੋਣਾ, ਸਮੁੰਦਰ ਬਣ ਗਏ, ਵੱਡੀਆਂ ਵੱਡੀਆਂ ਨਹਿਰਾਂ ਬਣ ਗਈਆਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਸ ਗਾਇਨ ਕੀਤਾ ਜਾਂਦਾ ਜਿਨ੍ਹਾਂ ਨੇ ਕੁਝ ਨਾ ਕੁਝ ਕੀਤਾ ਹੈ। ਜੁੜਿਓ ਆਪਣੇ ਇਤਿਹਾਸ ਨਾਲ। ਕੱਲ ਮੌਸਮ ਖਰਾਬ ਹੋ ਗਿਆ, ਲਾਈਟ ਭੱਜ ਗਈ, ਜਿਹੜਾ ਇੱਥੋਂ ਦਾ ਇਨਵਰਟਰ ਉਹ ਵੀ ਜਵਾਬ ਦੇ ਗਿਆ। ਉਸ ਵਕਤ ਜਵਾਬ ਦੇ ਗਿਆ ਜਦੋਂ ਅਸੀਂ ਨਿਤਨੇਮ ਸ਼ੁਰੂ ਕੀਤਾ। ਪਹਿਲਾਂ ਚੱਲਦਾ ਰਿਹਾ, ਚਲੋ ਇਹ ਵੀ ਇੱਕ ਜਿੰਨਾ ਕਿ ਇਹਨਾਂ ਨੂੰ ਵੀ ਹੁਕਮ ਉਹਨਾਂ ਕੁ ਹੁਕਮ ਬਜਾਇਆ, ਔਰ ਚਲੋ ਜਿੰਨਾ ਕੁ ਪ੍ਰਮਾਤਮਾ ਨੇ ਸਾਨੂੰ ਹੁਕਮ ਦਿੱਤਾ ਉਤਨਾ ਕੁ ਅਸੀਂ ਹੁਕਮ ਬਜਾਇਆ। ਨਿਤਨੇਮ ਹੋਇਆ, ਕੀਰਤਨ ਵੀ ਹੋਇਆ। ਭਾਵੇਂ ਝੱਖੜ ਝਾਂਗੀ ਮੀਂਹ ਵਰਸੀ ਭੀੜ ਦੇਖਣ ਜਾਈ। ਮੌਸਮ ਵੀ ਖਰਾਬ ਸੀ ਪਰ ਸੰਗਤਾਂ ਨੇ ਫਿਰ ਵੀ ਹਾਜ਼ਰੀਆਂ ਉਸੇ ਤਰ੍ਹਾਂ ਹੀ ਭਰੀਆਂ। ਹਨੇਰੇ ਦੇ ਵਿੱਚ ਬੈਠ ਕੇ ਕੀਰਤਨ ਸਰਵਣ ਕੀਤਾ। ਸਤਿਕਾਰਯੋਗ ਮੇਰੇ ਵੱਡੇ ਵੀਰ ਭਾਈ ਗੋਬਿੰਦ ਸਿੰਘ ਜੀ ਆਪਣੇ ਉਸੇ ਸਮੇਂ ਅਨੁਸਾਰ, ਭਾਵੇਂ ਮੌਸਮ ਵੀ ਖਰਾਬ ਸੀ ਪਰ ਫਿਰ ਵੀ ਆ ਕੇ ਹਾਜ਼ਰੀ ਭਰੀ। ਫਿਰ ਇਹਨਾਂ ਨੇ ਵੀ ਮੋਬਾਈਲ ਚਲਾ ਲਿਆ, ਅਸੀਂ ਵੀ ਚਲਾ ਲਿਆ ਵੀ ਚਲੋ ਉਹਦੇ ਸਹਾਰੇ ਨਾਲ ਹੀ ਬੈਠ ਕੇ ਕੀਰਤਨ ਕਰੀ ਚੱਲਾਂਗੇ। ਡਿਊਟੀ 'ਚ ਨਾ ਫਰਕ ਪਾਈ। ਜਿਵੇਂ ਪਿੱਛੇ ਵੀ ਮੈਂ ਅਰਜ਼ ਕਰਕੇ ਹਟਿਆ, ਇੱਕ ਡਲਾ ਮਾਰਨ ਵਾਲਾ ਜਾਂਦਾ ਸੀ, ਇੱਕ ਬੁਝਾਉਣ ਵਾਲਾ ਜਾਂਦਾ ਸੀ। ਚਰਸਤੇ ਦੇ ਵਿੱਚ ਰੱਖ ਕੇ ਉਹ ਲਾ ਕੇ ਵਿਚਾਰਾ ਮੁੜ ਆਇਆ ਕਰੇ। ਇੱਕ ਕੋਈ ਨਭਾਗ ਜਿਹਾ ਬੰਦਾ ਸੀ, ਉਹ ਡਲਾ ਮਾਰ ਕੇ ਬੁਝਾਇਆ ਕਰੇ। 12 ਸਾਲ ਬਤੀਤ ਹੋ ਗਏ। ਅੱਜ ਉਹੀ ਦਿਨ ਸੀ ਪ੍ਰਮਾਤਮਾ ਦਾ ਵਸਤੂ ਦੇਣ ਦਾ। ਮੀਂਹ ਪੈ ਗਿਆ ਬਾਹਲਾ, ਗੋਡੇ ਗੋਡੇ ਪਾਣੀ ਖੜ ਗਿਆ। ਉਹ ਦੀਵਾ ਲਾਉਣ ਵਾਲਾ ਕਹਿੰਦਾ ਉੱਥੇ ਕਿੱਥੇ ਜਾਵਾਂਗੇ, ਹੁਣ ਕਿੱਥੇ ਰੱਖਾਂਗੇ। ਇਹ ਮੰਜੇ ਦੇ ਪਿਆ ਹੀ ਸੋਚੀ ਜਾਂਦੇ, ਕਿੱਥੇ ਜਾਵਾਂਗੇ, ਮੀਂਹ ਪੈਂਦਾ, ਦੀਵਾ ਕਿੱਥੇ ਰੱਖਾਂਗੇ, ਹਵਾ ਚੱਲਦੀ ਹੈ, ਚੱਲਣਾ ਨਹੀਂ ਹੈ। ਘਾੜ ਤਾਂ ਮਨ ਵਿੱਚ ਗੁੰਦਣਾ ਗੁੱਦੀ ਗਿਆ ਬੈਠਾ। ਵਕਤੇ ਅਖੀਰ ਹੋਇਆ, ਉਹ ਜਿਹੜਾ ਡਲਾ ਮਾਰਨ ਵਾਲਾ ਸੀ ਉਹ ਉੱਠਿਆ, ਮੂੰਹ ਮਾ ਧੋਤਾ, ਉਹਨੇ ਚੱਕ ਲਿਆ ਡਲਾ, 1/2 ਕਿਲੋ ਦਾ, ਤੁਰ ਪਿਆ ਉੱਧਰ ਨੂੰ। ਝਾੜਾਂ 'ਚ ਬੈਠਾ ਦੇਖੀ ਗਿਆ ਕਦੋਂ ਆਊਗਾ, ਕਦੋਂ ਦੀਵਾ ਰੱਖੂਗਾ, ਕਦੋਂ ਮੈਂ ਬੁਝਾਵਾਂ। ਉਹ ਨਾ ਆਇਆ। ਪਰਮਾਤਮਾ ਆਇਆ ਆਪਣੇ ਉਸ ਨਾਮ ਦੀ ਪੂੰਜੀ ਦੇਣ ਵਾਸਤੇ। ਉਹ ਕਹਿੰਦਾ ਅੱਜ ਲਾਉਣ ਵਾਲਾ ਨਹੀਂ ਆਇਆ, ਅੱਜ ਬੁਝਾਉਣ ਵਾਲਾ ਤਾਂ ਆ ਗਿਆ, ਚੱਲ ਤੂੰ ਹੀ ਲੈ ਜਾਏ ਵਸਤੂ। ਇਸ ਕਰਕੇ ਪਤਾ ਨਹੀਂ ਹੁੰਦਾ, ਪਰਮਾਤਮਾ ਦਿੰਦਾ ਤਾਂ ਰੋਜ਼ ਹੀ ਹੈ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੀ। ਕਈ ਤਾਂ ਇਸ ਕੰਮ ਨੂੰ ਇੱਕ ਡਿਊਟੀ ਸਮਝ ਲੈਂਦੇ ਵੀ ਸਾਡੀ ਅਸਲ ਡਿਊਟੀ ਹੈ ਵੀ ਅਸਲ ਡਿਊਟੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਆਵਣ ਕੋ ਏਕੈ ਕੋ ਆਇਆ ਜਨਮਤ ਮੋਹਿਓ ਮੋਹਣੀ ਮਾਇਆ। ਕਹਿੰਦੇ ਤੂੰ ਆਇਆ ਇੱਥੇ ਪਰਮਾਤਮਾ ਦਾ ਨਾਮ ਜਪਣ ਵਾਸਤੇ ਹੈ। ਇਹ ਔਕੜਾਂ ਨੇ, ਜਿਵੇਂ ਰਸਤੇ ਦੇ ਵਿੱਚ ਕੋਈ ਨਾ ਕੋਈ ਔਕੜ ਨਹੀਂ ਆ ਜਾਂਦੀ ਹੋਈ, ਇਹ ਔਕੜ ਹੈ। ਕਿਤੇ ਮੀਂਹ ਪੈ ਗਿਆ, ਕਿਤੇ ਜ਼ੁਕਾਮ ਲੱਗ ਗਿਆ, ਕਿਤੇ ਬੁਖਾਰ ਹੋ ਗਿਆ, ਕਿਤੇ ਸਿਰ ਦੁਖਣ ਲੱਗ ਗਿਆ। ਇਹ ਕਲਯੁਗ ਦੇ ਨਾਕੇ ਨੇ।
ਪਰ ਜਿਹੜਾ ਇਹਨਾਂ ਨੂੰ ਪਾਰ ਕਰਕੇ ਆ ਜਾਂਦਾ ਫਿਰ ਬਾਬੇ ਨਾਨਕ ਨੇ ਪੁੱਛਿਆ ਸੀ ਭਾਈ ਮਰਦਾਨੇ ਨੇ, ਕਹਿੰਦੇ ਐਡਾ ਜੁੱਬੜ ਚੁੱਕੀ ਫਿਰਦਾ ਹੈ? ਕਹਿੰਦੇ ਆਲਸ ਦਾ। ਇਹਦੇ ਵਿੱਚ ਗਲੀਆਂ ਹੋਈਆਂ ਪਈਆਂ ਨੇ। ਕਹਿੰਦੇ ਕਈ ਨਾ ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਨਾਮ ਜਪਣ ਵਾਲੇ, ਉਹ ਗਲੀਆਂ ਕਰਕੇ ਇਹਦੇ ਵਿੱਚ ਦੀ ਲੰਘ ਜਾਂਦੇ ਨੇ। ਜਿਹੜੇ ਸਿਰੜੀ ਸਿੱਖ ਨੇ ਉਹਨਾਂ ਵਾਸਤੇ ਇਹ ਮੀਂਹ ਜਿਹੜਾ ਨਾ ਤੁੱਛ ਹੈ। ਜੇ ਮੀਂਹ ਤੋਂ ਹੀ ਡਰ ਗਏ, ਬਾਰਿਸ਼ ਤੋਂ ਡਰ ਗਏ, ਹਨੇਰੀ ਤੋਂ ਡਰ ਗਏ, ਫਿਰ ਮਹਾਰਾਜ ਜੀ ਕਹਿਣ ਲੱਗੇ ਉਸ ਪਰਮਾਤਮਾ ਕੋਲੇ ਨਹੀਂ ਪਹੁੰਚਿਆ ਜਾਂਦਾ। ਉਹਦੇ ਕੋਲੇ ਪਹੁੰਚਣ ਵਾਸਤੇ ਸੰਪੀ ਬਾੜ ਸਮੁੰਦ ਘਰ ਬੇਲੀ ਸ਼ੀ ਬੁੱਕਣ, ਜੇ ਜਮ ਹੋਵਣ ਪਹਿਰੂ ਤਾਂ ਪ੍ਰੇਮੀ ਨਾ ਉਕਣ। ਚਲੋ ਖੈਰ ਆਪਣੇ ਇਤਿਹਾਸ ਨਾਲ ਜੁੜੀਏ। ਮਹਾਰਾਜਾ ਹਰੀ ਚੰਦ ਤਿੰਨੋਂ ਜਾਣੇ ਚੱਲ ਪਏ। ਮੈਂ ਉਦੇਸ਼ੀ ਧਾਰਨਾ ਤੇ ਸਮਾਪਤੀ ਕਰੀ ਆਓ, ਫੇਰ ਦੁਹਰਾਓ। ਪਿਆਰ ਦੇ ਵਿੱਚ ਇਸੇ ਧਾਰਨਾ ਤੋਂ ਮੈਂ ਛੱਡਿਆ ਸੀ, ਕਿਉਂਕਿ ਲੜੀ ਜੁੜ ਜਾਂਦੀ ਹੈ ਨਾਲੇ ਫਿਰ ਯਾਦ ਆ ਜਾਂਦਾ ਵੀ ਹਾਂ ਇੱਥੇ ਜੇ ਛੱਡਿਆ ਸੀ ਆ ਧਾਰਨਾ ਉਦੋਂ ਪੜ੍ਹ ਰਹੇ ਸੀ ਪਰਸੋਂ। ਜੜੋ ਖਿਆਲ ਫਿਰ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ। ਤਿੰਨੋਂ ਜਾਣੇ ਰਾਜਾ ਹਰੀ ਚੰਦ, ਮਹਾਰਾਣੀ ਤਾਰਾ ਤੇ ਪੁੱਤਰ ਰਵਿਦਾਸ ਆਪਣੇ ਘਰ ਵਿੱਚ ਤੁਰੇ। ਕਹਿੰਦੇ ਕੀ ਜਾਂਦੇ ਨੇ, ਰਾਜਾ ਰਾਣੀ ਤੇ ਪੁੱਤਰ ਤਿੰਨੋਂ ਜਾਣੇ ਵੇ ਛੱਡ ਚੱਲੇ ਜੁੱਧਿਆਂ ਨੂੰ। ਰਾਜਾ ਰਾਣੀ ਤੇ ਪੁੱਤਰ ਤਿੰਨੋਂ ਜਾਣੇ ਛੱਡ ਚੱਲੇ ਜੁੱਧਿਆਂ ਨੂੰ। ਰਾਜਾ ਰਾਣੀ ਤੇ ਪੁੱਤਰ ਤਿੰਨੋਂ ਜਾਣੇ ਛੱਡ ਚੱਲੇ ਜੁੱਧਿਆਂ ਨੂੰ। ਰਾਜਾ ਰਾਣੀ ਤੇ ਪੁੱਤਰ ਤਿੰਨੋਂ ਜਾਣੇ ਛੱਡ ਚੱਲੇ ਜੁੱਧਿਆਂ ਨੂੰ। ਰਾਣੀ ਤੇ ਪੁੱਤਰ ਤਿੰਨੋਂ ਜਾਣੇ ਛੱਡ ਚੱਲੇ ਜੁੱਧਿਆਂ ਨੂੰ। ਰਾਜਾ ਰਾਣੀ ਤੇ ਪੁੱਤਰ ਤਿੰਨੋਂ ਜਾਣੇ ਛੱਡ ਚੱਲੇ ਜੁੱਧਿਆਂ ਨੂੰ। ਤਿੰਨੋਂ ਜਾਣੇ ਜਦ ਕੁਦਰਤ ਰੁੱਸ ਜਾਵੇ। ਵਿਸ਼ਵਾਮਿੱਤਰ ਜੀ ਨੇ ਕਹਿ ਦਿੱਤਾ, ਜੁੱਧਿਆ ਦੀ ਜੂਹ ਦੇ ਵਿੱਚ ਕੁਝ ਖਾਣਾ ਨਹੀਂ ਤੈਂ, ਪਾਣੀ ਵੀ ਨਹੀਂ ਪੀ ਸਕਦਾ ਤੂੰ। ਇੱਥੋਂ ਤੱਕ ਸਖਤ ਹੁਕਮ। ਬਚਨਾਂ ਦੇ ਬਲੀ ਸੂਰਮੇ, ਜੇ ਉਹਨਾਂ ਨੇ ਬਚਨ ਕਮਾਇਆ ਤੇ ਅੱਜ ਦੇਖੋ ਜਗ ਸੰਸਾਰ ਤੇ ਉਹਨਾਂ ਦੀਆਂ 12 ਗਾਈਆਂ ਜਾਂਦੇ, ਉਹਨਾਂ ਨੂੰ ਯਾਦ ਕੀਤਾ ਜਾਂਦਾ। ਭਾਵ ਮਹਾਰਾਜਾ ਹਰੀ ਚੰਦ ਤੁਰਿਆ ਜਾਂਦਾ ਹੈ। ਪਰਸੋਂ ਸੁਣਿਆ ਭੁੱਖ ਲੱਗੀ ਬੱਚੇ ਨੂੰ ਕੁਝ ਛਕਣ ਵਾਸਤੇ। ਏਡੇ ਬਚਨਾਂ ਦੇ ਬਲੇ ਆਪਣੀ ਜੂਹ ਤੋਂ ਅੱਗੇ ਜਾ ਕੇ ਘਾਹ ਬਾਲ ਕੇ ਖਵਾਇਆ ਬੱਚੇ ਨੂੰ। ਉਬਲ ਗਿਆ ਘਾਹ ਚੰਗੀ ਤਰ੍ਹਾਂ ਵਧੀਆ। ਫੜ ਕੇ ਰਾਣੀ ਤਾਰਾ, ਕਿਉਂਕਿ ਮਹਿਲਾਂ ਵਿੱਚ ਰਹਿਣ ਵਾਲੀ ਰਾਣੀ ਸੀ, ਉਹ ਤਾਂ ਗੋਲੀਆਂ ਬੰਦੀਆਂ ਕੰਮ ਕਰਨ ਵਾਲੀਆਂ ਸੀ। ਉਸ ਘੜੇ ਦਾ, ਉਸ ਕੁੱਜੇ ਦਾ ਗਲਾ ਫੜ ਕੇ ਜਦੋਂ ਚੁੱਕਣ ਲੱਗੀ ਤਾਹਾਂ ਨੂੰ, ਪ੍ਰਮਾਤਮਾ ਦੀ ਦੇਵ ਨੇ ਤੋਂ ਇਹ ਕੁੱਜਾ ਫੁੱਟ ਗਿਆ। ਸਭ ਕੁਝ ਵਸਤੂ ਥੱਲੇ ਡੁੱਲ ਗਈ। ਫਿਰ ਮਹਾਰਾਜੇ ਹਰੀ ਚੰਦ ਨੇ ਕਿਹਾ ਚਲੋ ਅਜੇ ਸਮਾਂ ਨਹੀਂ ਹੈ। ਫਿਰ ਜਾ ਕੇ ਮਹਿਰਿਆਂ ਦੀ ਭੱਠੀ ਉੱਤੇ 15 ਦਿਨ ਲਗਾਤਾਰ ਡਿਊਟੀ ਕੀਤੀ। ਮਹਾਰਾਜਾ ਹਰੀ ਚੰਦ ਝੋਕਾ ਲਾਉਂਦਾ ਹੈ। ਉਹ ਮਹਿਰਿਆਂ ਦੀ ਲੜਕੀ ਜਿਹੜੀ ਹੈ ਬੀਬੀ, ਉਹ ਦਾਣੇ ਭੁੰਨਦੀ ਹੈ। ਬਾਹਰਲੇ ਪਾਸੇ ਜਿਹੜੇ ਦਾਣੇ ਡਿੱਗ ਪੈਂਦੇ ਨੇ ਉਹ ਚੁੱਕ ਕੇ ਆਪਣੇ ਪੁੱਤਰ ਰਵਿਦਾਸ ਨੂੰ ਦੇ ਦਿੰਦੇ ਨੇ। ਉਹਦੇ ਪਾਪੀ ਪੇਟ ਦੀ ਅੱਗ ਬੁਝਾ ਦਿੰਦੇ ਨੇ। ਉੱਥੇ ਭੱਠੀ ਕੋਲ ਹੀ ਪੈ ਜਾਂਦੇ ਨੇ ਵਿਚਾਰੇ। ਕੋਈ ਪੈਣ ਵਾਸਤੇ ਬਿਸਤਰਾ ਨਹੀਂ ਹੈ। ਇੱਕ ਪਾਸੇ ਰਾਜਾ ਹੋਵੇ ਤਖਤਾਂ ਤੇ ਬੈਠਣ ਵਾਲਾ, ਤੇ ਦੂਜੇ ਪਾਸੇ ਅੱਜ ਥੱਲੇ ਪਿਆ ਕੁਸ਼ਾ ਵਿਛਾਈ ਹੈ ਕੱਖਾਂ ਦੀ, ਉਹਦੇ ਤੇ ਪਿਆ ਇਕੱਲਾ। 15 ਦਿਨ ਬਤੀਤ ਹੋ ਗਏ। ਵਿਸ਼ਵਾਮਿੱਤਰ ਜੀ ਆਏ। 10 ਰਾਜਿਆ ਤੂੰ ਮੇਰੇ ਪੈਸੇ ਦਿਨਾ ਹੈ 1000 ਬੋਰ ਕਿ ਆਪਣੇ ਬਚਨਾਂ ਤੋਂ ਡਿੱਗਦਾ ਹੈ? ਤੂੰ ਬਚਨ ਹਾਰ ਜਾ, ਬਸ ਤੂੰ ਕਹਿ ਦੇ ਵੀ ਮੈਥੋਂ ਬਣਦਾ ਨਹੀਂ ਕੁਝ, ਤੂੰ ਬਚਨਾਂ ਤੋਂ ਡਿੱਗ ਪਏਗਾ। ਮਹਾਰਾਜਾ ਹਰੀ ਚੰਦ ਕਹਿਣ ਲੱਗਿਆ, ਭਾਵੇਂ ਮੇਰਾ ਤਨ ਮਨ ਸਭ ਕੁਝ ਲੱਗ ਜਾਵੇ, ਪਰ ਮੈਂ ਆਪਣੇ ਬਚਨਾਂ ਤੋਂ ਨਹੀਂ ਡਿੱਗਦਾ ਹਾਂ। ਚਲੋ ਅੱਗੇ ਗਏ। ਫਿਰ ਕੰਸੀ ਦੀ ਧਰਤੀ ਵਿੱਚ, ਜਿੱਥੋਂ ਦੇ ਭਗਤ ਸ਼੍ਰੋਮਣੀ ਭਗਤ ਰਵਿਦਾਸ ਜੀ, ਸ਼੍ਰੋਮਣੀ ਭਗਤ ਕਬੀਰ ਜੀ, ਸ਼੍ਰੋਮਣੀ ਭਗਤ ਰਾਮਾਨੰਦ ਜੀ, ਪਰਮਾਨੰਦ ਜੀ, ਬੜੇ ਭਗਤ ਹੋਏ ਨੇ। 15 ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜ਼ਿਕਰ ਹੈ। ਜਾ ਕੇ ਉਸ ਕੰਸੀ ਦੀ ਧਰਤੀ ਦੇ ਵਿੱਚ
ਪਹਿਲਾਂ ਤਾਂ ਕੋਈ ਕੰਮ ਦੀ ਤਲਾਸ਼ ਕਰੀ, ਸਾਨੂੰ ਕੋਈ ਕੰਮ ਮਿਲ ਜਾਵੇ। ਤਾਂ ਮਿਲਿਆ। ਫਿਰ ਮਹਾਰਾਣੀ ਤਾਰਾ ਨੂੰ ਕਹਿਣ ਲੱਗਿਆ, ਰਾਜਾ ਹਰੀ ਚੰਦ ਇਉਂ ਕਰਦੇ ਆ, ਇੱਥੇ ਕਿਹੋ ਜਿਹਾ ਬਾਜ਼ਾਰ ਹੈ ਜਿੱਥੇ ਬੰਦੇ ਵਿਕਦੇ ਨੇ, ਆਪਾਂ ਬਚਨਾਂ ਤੋਂ ਨਾ ਕਿਤੇ ਡਿੱਗ ਜਾਈਏ। ਇੱਕ ਕਿਹੋ ਜਿਹਾ ਬਾਜ਼ਾਰ ਹੈ ਜਿੱਥੇ ਬੰਦਿਆਂ ਦੀ ਬੋਲੀ ਲੱਗਦੀ ਹੈ, ਬੰਦੇ ਵਿਕਦੇ ਨੇ। ਮਹਾਰਾਜਾ ਹਰੀ ਚੰਦ ਉੱਚੀ ਜਗ੍ਹਾ ਤੇ ਖੜ ਕੇ ਵੇਖਦਾ ਇੱਥੇ ਬੰਦੇ ਵਿਕਦੇ ਨੇ, ਉੱਥੇ ਹੁੱਕਾ ਦੇ ਦਿੱਤਾ ਮਹਾਰਾਜੇ ਹਰੀ ਚੰਦ ਨੇ, ਕੋਈ ਹੈ ਜਿਹੜਾ ਸਾਨੂੰ ਖਰੀਦ ਲਾਵੇ, ਕੋਈ ਮੇਰੀ 500 ਮੋਹਰ ਦੇ ਦੇਵੇ ਤੇ ਮੈਂ ਆਪਣਾ ਕਰਜ਼ ਉਤਾਰਨਾ ਹੈ। ਬੜੇ ਗਾਹਕ ਆਉਂਦੇ ਨੇ, ਕਿਸੇ ਨੇ ਮਹਾਰਾਜੇ ਹਰੀ ਚੰਦ ਦਾ 100 ਮੋਹਰ ਲਾ ਦਿੱਤੀ, 100 ਸੋਨੇ ਦੀ 100 ਮੋਹਰ ਦੇ ਦਾਂਗੇ ਤੈਨੂੰ। ਦੂਸਰੇ ਪਾਸੇ ਫਿਰ ਮਹਾਰਾਜੇ ਹਰੀ ਚੰਦ ਨੇ ਹੱਥ ਬੰਨ੍ਹ ਕੇ ਆਖਿਆ ਕਿ ਬਸਤਰ ਤਾਂ ਪਾਟੇ ਪਾਏ ਹੋਏ ਨੇ। ਹੋਰ ਆਇਆ ਗਾਹਕ, ਉਹਨੇ ਵੀ ਇਹੋ ਗੱਲ ਕਹਿਤੀ। ਮਹਾਰਾਣੀ ਤਾਰਾ ਇੱਕ ਪਾਸੇ ਖੜੀ ਰੋਂਦੀ ਹੈ ਤੇ ਪੁੱਤਰ ਵੀ ਰੋਂਦਾ ਹੈ। ਅੱਜ ਮੇਰਾ ਪਤੀ ਵਿਕ ਰਿਹਾ ਹੈ। ਤਾਰਾ ਰਾਣੀ ਕਹਿਣ ਲੱਗੀ, ਪਹਿਲਾਂ ਮੈਨੂੰ ਵਿਕ ਜਾਣ ਦਿਓ। ਕਿਉਂ? ਜੇ ਪਹਿਲਾਂ ਮੈਂ ਵਿਕ ਗਈ ਤੁਹਾਡੇ ਹੱਥਾਂ ਦੇ ਵਿੱਚ, ਤੁਹਾਨੂੰ ਤਾਂ ਲੈ ਜਾਣਗੇ ਖਰੀਦ ਕੇ, ਪਰ ਜੇ ਤੁਸੀਂ ਅਗਰ ਪਹਿਲਾਂ ਵਿਕ ਗਏ, ਲੋਕ ਮੇਰੇ ਕਿੰਨੀ ਪਤਾ ਨਹੀਂ ਕਿਹੋ ਜੀ ਨੀਤ ਨਾਲ ਚੱਕਣਗੇ। ਹੁਸਨ ਬੜਾ ਹੈ, ਸੁੰਦਰ ਬੜੀ ਹੈ ਰਾਣੀ। ਪੁੱਤਰ ਵੀ ਵੇਖਦਾ ਹੈ, 7 ਸਾਲ ਦਾ ਪੁੱਤਰ ਹੈ। ਮਾਂ ਵੀ ਉਸ ਪੁੱਤਰ ਨੂੰ ਵੇਖਦੀ ਹੈ ਤੇ ਪਿਤਾ ਵੀ ਉਸ ਪੁੱਤਰ ਨੂੰ ਵੇਖ ਵੇਖ ਕੇ, ਭਾਵੇਂ ਢਿੱਡ ਵਿੱਚ ਭੋਜਨ ਨਹੀਂ ਹੈ, ਅੱਜ ਆਪਣੇ ਆਪ ਨੂੰ ਵਿਕਣ ਵਾਸਤੇ ਮਹਾਰਾਜਾ ਹਰੀ ਚੰਦ ਉੱਚੀ ਜਗ੍ਹਾ ਤੇ ਖੜ ਕੇ ਹੋਕਾ ਦੇ ਰਿਹਾ ਹੈ। ਮਹਾਰਾਣੀ ਤਾਰਾ ਕਹਿਣ ਲੱਗੀ, ਪਹਿਲਾਂ ਮੈਨੂੰ ਵਿਕ ਜਾਣ ਦਿਓ, ਮੈਂ ਵੀ ਅੱਧ ਦੇਣਾ ਹੈ ਨਾ ਤੁਹਾਡੇ ਨਾਲ, ਅਰਧ ਸਰੀਰੀ ਨਾਰ ਨਾ ਛੋਟਾ, ਮੈਂ ਵੀ ਅੱਧ ਦੇਣਾ ਜਾ ਕੇ। 500 ਮੋਹਰ ਮੇਰੀ, 500 ਤੁਹਾਡੀ, 1000 ਦੇ ਦਾਂਗੇ, ਆਪਾਂ ਸੁਰਖਰੂ ਹੋ ਜਾਾਂਗੇ। ਫਿਰ ਆਪਾਂ ਜਿਹੜਾ ਉਹ ਪਰਮਾਤਮਾ ਦੇ ਘਰ ਦੇ ਵਿੱਚ ਨਵਾਜੇ ਜਾਵਾਂਗੇ। ਰਾਜਾ ਹਰੀ ਚੰਦ ਕਹਿਣ ਲੱਗਿਆ, ਪਹਿਲਾਂ ਮੈਨੂੰ ਵਿਕ ਜਾਣ ਦੇ। ਮਹਾਰਾਣੀ ਤਾਰਾ ਕਹਿਣ ਲੱਗੀ, ਪਹਿਲਾਂ ਮੈਨੂੰ ਵਿਕ ਜਾਣ। ਦੋਨੋਂ ਜਾਣੇ ਕੰਸੀ ਦੀ ਧਰਤੀ ਉੱਤੇ ਉੱਚੀ ਜਗ੍ਹਾ ਉੱਤੇ ਖੜ ਕੇ ਇਹ ਆਪਣੇ ਆਪ ਦੋਨੋਂ ਫੈਸਲਾ ਕਰ ਰਹੇ ਨੇ। ਮਹਾਰਾਜਾ ਹਰੀ ਚੰਦ ਨੇ ਹੋਕਾ ਦਿੱਤਾ, ਕੋਈ ਹੈ? ਕਹਿੰਦਾ, ਕੀ ਹੈ? ਪੈਰ ਵਿੱਚ ਆ ਕੇ, ਅਸੀਂ ਤਾਂ ਵੇਖਣ ਵਾਸਤੇ ਆਏ, ਸਾਨੂੰ ਕੋਈ ਮੁੱਲ ਲੈ ਲਵੋ। ਵੇਖਣ ਵਾਸਤੇ ਆਏ, ਸਾਨੂੰ ਕੋਈ ਮੁੱਲ ਲੈ ਲਵੋ। ਵੇਖਣ ਵਾਸਤੇ ਆਏ, ਸਾਨੂੰ ਕੋਈ ਮੁੱਲ ਲੈ ਲਵੋ। ਅਸੀਂ ਵੇਖਣ ਵਾਸਤੇ ਆਏ, ਸਾਨੂੰ ਕੋਈ ਮੁੱਲ ਲੈ ਲਵੋ। ਵੇਖਣ ਵਾਸਤੇ ਆਏ, ਸਾਨੂੰ ਕੋਈ ਮੁੱਲ ਲੈ ਲਵੋ। ਅਸੀਂ ਵੇਖਣ ਵਾਸਤੇ ਆਏ, ਸਾਨੂੰ ਕੋਈ ਮੁੱਲ ਲੈ ਲਵੋ। ਅਸੀਂ ਵੇਖਣ ਵਾਸਤੇ ਆਏ, ਸਾਨੂੰ ਕੋਈ ਮੁੱਲ ਲੈ ਲਵੋ। ਵੇਖਣ ਵਾਸਤੇ ਆਏ, ਸਾਨੂੰ ਕੋਈ ਮੁੱਲ ਲੈ ਲਵੋ। ਵੇਖਣ ਵਾਸਤੇ ਆਏ, ਸਾਨੂੰ ਕੋਈ ਮੁੱਲ ਲੈ ਲਵੋ। ਅਸੀਂ ਵੇਖਣ ਵਾਸਤੇ ਆਏ, ਸਾਨੂੰ ਕੋਈ ਮੁੱਲ ਲੈ ਲਵੋ। ਅਸੀਂ ਤਾਂ ਵੇਖਣ ਵਾਸਤੇ ਆਏ, ਸਾਨੂੰ ਕੋਈ ਮੁੱਲ ਲੈ ਲਵੋ। ਅਸੀਂ ਵੇਖਣ ਵਾਸਤੇ ਆਏ, ਸਾਨੂੰ ਕੋਈ ਮੁੱਲ ਲੈ ਲਵੋ। ਰਾਜੇ ਹਰੀ ਚੰਦ ਨੇ ਉੱਚੀ ਦੇ ਨੇ ਹੋਕਾ ਦਿੱਤਾ। ਲੋਕ ਦੁਨੀਆ ਦੇ ਕਹਿੰਦੇ, ਦੇਖੋ ਓਏ, ਇਹ ਵਿਚਾਰਿਆਂ ਦੇ ਉੱਤੇ ਕੋਈ ਵਿਪਤਾ ਪਈ ਹੋਈ ਹੈ। ਫਿਰ ਵਿਦਵਾਨ ਲਿਖਦਾ, ਜਦੋਂ ਵਕਤ ਇਨਸਾਨ ਤੇ ਆਣ ਪੈਂਦੇ, ਸਰਪਰਸੀਆਂ ਦੇ ਬਣ ਬਣ ਕੱਟ ਜਾਂਦੇ। ਬੁਰੇ ਭਲੇ ਦੀ ਨਾ ਕੋਈ ਪਰਖ ਕਰਦਾ, ਯਾਰ ਯਾਰਾਂ ਤੋਂ ਪਾਸਾ ਵੱਟ ਜਾਂਦੇ। ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ, ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ। ਉਹ ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾ ਲਾਹਾ ਇਸ ਜਹਾਨ ਵਿੱਚੋਂ ਖੱਟ ਜਾਂਦੇ। ਰਾਜਾ ਹਰੀ ਚੰਦ ਦੇ ਜਿਤਨੇ ਵੀ ਨਾਲ ਦੇ ਸੰਬੰਧੀ ਸੀ, ਸਭ ਮੁਖ ਮੋੜ ਗਏ। ਮਨੁੱਖ ਤੋਂ ਮਨੁੱਖ ਮੁਖ ਮੋੜ ਜਾਂਦਾ ਹੈ। ਕਦੋਂ? ਜਦੋਂ ਕਿਤੇ ਵਿਪਤਾ ਪਈ ਹੋਵੇ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਭੋਗ ਦੇ 57 ਸ਼ਲੋਕਾਂ ਵਿੱਚ ਕਹਿਤਾ, ਸੰਗ ਸਖਾ ਸਭ ਤਜ ਗਏ। ਤਜ ਤੋਂ ਭਾਵ ਛੱਡ ਗਏ।
ਕਉ ਨਾ ਨਿਭਹਿਓ ਸਾਥ। ਕੋਈ ਕੋਈ ਨਿਭਾਉਣ ਵਾਲਾ ਹੁੰਦਾ ਜਿਹੜਾ ਬਿਪਤਾ ਦੀ ਘੜੀ ਵੇਲੇ ਆਵਾਜ਼ ਮਾਰਦੇ, ਕੋਈ ਗੱਲ ਨਹੀਂ, ਫਿਕਰ ਨਾ ਕਰੀ, ਮੈਂ ਤੇਰੇ ਨਾਲ ਖੜਾ ਹਾਂ। ਖੁਸ਼ੀ ਦੇ ਸਮਾਗਮ ਵਿੱਚ, ਵਿਆਹ ਸ਼ਾਦੀ ਦੇ ਵਿੱਚ ਤਾਂ ਸਾਰੇ ਚਿੱਟੇ ਪਾ ਕੇ ਅੱਗੇ ਹੋ ਜਾਂਦੇ ਨੇ, ਚਿੱਟੇ ਕੱਪੜੇ ਪ੍ਰੈਸ ਕਰਕੇ ਪਾਏ ਅੱਗੇ ਹੋ ਕੇ ਖੜ ਜਾਂਦੇ ਨੇ। ਪਰ ਜੇ ਅਗਰ ਕਿਤੇ ਵਿਪਤਾ ਦੀ ਘੜੀ ਹੋਵੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਫਿਰ ਸਾਰੇ ਮੁਖ ਮੋੜ ਜਾਂਦੇ ਹਨ। ਜਦੋਂ ਵਕਤ ਇਨਸਾਨ ਤੇ ਆਣ ਪੈਂਦੇ ਆ, ਫਿਰ ਸਾਰੇ ਮੁਖ ਮੋੜ ਜਾਂਦੇ ਹਨ। ਅਸਲ ਮਨੁੱਖ ਦਾ, ਚੰਗੇ ਰਿਸ਼ਤੇਦਾਰ ਦਾ, ਚੰਗੇ ਭੈਣ ਭਰਾ ਦਾ ਬਿਪਤਾ ਦੇ ਵਿੱਚ ਹੀ ਪਤਾ ਲੱਗਦਾ। ਬਸ ਉਹ ਨਹੀਂ ਪਰਖਿਆ ਜਾਂਦਾ ਹੈ। ਕਹਿੰਦੇ ਪਰਖ ਵੇਲੇ ਜਦੋਂ ਕਿਤੇ ਪਰਖ ਦਾ ਸਮਾ ਜਾਵੇ ਨਾ, ਉਧਰ ਮਨੁੱਖ ਤੋਂ ਇੰਨੀ ਭੀੜ ਪਈ ਹੋਵੇ ਤੇ ਭੀੜ ਦੇ ਵਿੱਚ ਜਾ ਕੇ ਕਹਿ ਦੇਵੇ ਬਈ ਕੋਈ ਗੱਲ ਨਹੀਂ, ਪਰਵਾਹ ਨਾ ਕਰੀ। ਮਹਾਰਾਜ ਜੀ ਕਹਿੰਦੇ ਕੋਈ ਹੋ ਇਹੋ ਜਿਹਾ, ਨਹੀਂ ਤਾਂ ਸਾਰੇ ਇਹੋ ਜਿਹੇ ਨਹੀਂ, ਮਾਫ ਕਰਿਓ ਪਿਆਰਿਓ। ਉਹ ਤੈਨੂੰ ਤਾਂ ਬਿਪਤਾ ਪਈ ਤੋ ਛੱਡ ਜਾਣਗੇ ਬਿਪਤਾ ਪਈ ਤੋ ਛੱਡ ਜਾਣਗੇ, ਬਣਾਉਣੇ ਆਪਣੇ। ਤੈਨੂੰ ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਤੈਨੂੰ ਬਿਪਤਾ ਪਈ ਤੋ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣੇ ਆਪਣੇ। ਹਾਜੀ ਜਾਰੀ ਪਰਖੀਏ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰਾਂ ਦੀ। ਯਾਰੀ ਪਰਖੀਏ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰਾਂ ਦੀ। ਯਾਰੀ ਪਰਖੀਏ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰਾਂ ਦੀ। ਯਾਰੀ ਪਰਖੀਏ ਯਾਰਾਂ ਦੀ, ਜਦੋਂ ਮਾਰ ਪਵੇ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰਾਂ ਦੀ। ਯਾਰੀ ਪਰਖੀਏ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰਾਂ ਦੀ। ਮਹਾਰਾਜਾ ਹਰੀ ਚੰਦ ਖੜਾ, ਕੋਈ ਮਖੌਲ ਕਰਕੇ ਲੰਘਦਾ, ਕੋਈ ਕਿਹੜੇ ਰੰਗ ਵਿੱਚ ਦੇਖਦਾ, ਕੋਈ ਕਿਹੜੇ ਰੰਗ ਵਿੱਚ ਦੇਖਦਾ, ਪਰ ਪਤਾ ਉਹਨੂੰ ਆ ਜਿਹਦੇ ਉੱਤੇ ਪਈ ਹੋਵੇ, ਬਿਪਤਾ ਦੀ ਘੜੀ ਜੀ ਤੇ ਪਈ ਹੋਵੇ ਨਾ, ਅਸਲ ਪਤਾ ਉਹਨੂੰ ਹੀ ਲੱਗਦਾ ਹੁੰਦਾ ਵੀ ਬਿਪਤਾ ਪਈ ਹੈ। ਇਹ ਤਾਂ ਘੰਟੇ 2 ਘੰਟਿਆਂ ਵਾਲੇ ਲੋਕ ਹੁੰਦੇ ਨੇ, 1 ਦਿਨ 2 ਦਿਨ ਲਾ ਲਓ, 4 ਦਿਨ ਲਾ ਲਓ ਮੰਨ ਕੇ, ਬਸ 5 ਦਿਨਾਂ ਤੋਂ ਬਾਅਦ ਫਿਰ ਮੁੱਖ ਮੋੜ ਜਾਣਗੇ। ਸਾਡੇ ਕੋਲ ਤਾਂ ਟਾਈਮ ਨਹੀਂ ਭਰਾਵਾ, ਕੀ ਕਰੀਏ, ਸਾਡੇ ਵੀ ਘਰ ਦੀਆਂ ਕਬੀਲਦਾਰੀਆਂ ਨੇ, ਇਹ ਕਹਿ ਕੇ ਨਿਕਲ ਗਏ। ਫਿਰ ਉਹੀ ਜਿੰਦ ਕੱਲੀ ਰਹਿ ਜਾਂਦੀ। ਪਿੱਛੇ ਸੁਣਿਆ ਸੀ ਪ੍ਰੇਮਾ ਕੋੜੀ ਜਮਾ ਕੱਲਾ ਰਹਿ ਗਿਆ, ਮਾਂ ਵੀ ਛੱਡ ਗਈ, ਪਿਤਾ ਵੀ ਛੱਡ ਗਿਆ, ਭੈਣ ਭਰਾ ਛੱਡ ਗਏ। ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਅਸਰਾ ਚੁੱਕੈ ਸਭ ਸਰਾਓ। ਜਿੱਤਾ ਬਸ ਪਾਰ ਬ੍ਰਹਮ ਤਾਂ ਲੱਗੇ ਨ ਤੱਤੀ ਬਾਉ। ਮਹਾਰਾਜਾ ਹਰੀ ਚੰਦ 100-150 ਤੱਕ ਬੋਲੀ ਚੜ ਜਾਂਦੀ ਹੈ, 200 ਤੱਕ ਵੀ ਚੜ ਜਾਂਦੀ ਹੈ, ਪਰ ਮਹਾਰਾਜਾ ਹਰੀ ਚੰਦ ਕਹਿੰਦਾ 500 ਲੈਣਾ ਮੈਂ ਤਾਂ। ਉਧਰ ਮਹਾਰਾਜੀ ਮਹਾਰਾਣੀ ਤਾਰਾ ਨੇ ਵੀ ਖੜ ਕੇ ਉੱਚੀ ਦੇ ਨੇ ਆਵਾਜ਼ ਦਿੱਤੀ, ਕੋਈ ਹੈ ਜਿਹੜਾ ਸਾਨੂੰ ਖਰੀਦ ਲਵੇ। ਮਹਾਰਾਣੀ ਤਾਰਾ ਦੇ ਬਹੁਤੇ ਗਾਹਕ ਆ ਗਏ, 500 ਮੰਗਿਆ, 500 ਹੀ ਕਹਿ ਦਿੱਤਾ, ਦੇ ਦਾਂਗੇ ਤੈਨੂੰ, ਪਰ ਸ਼ਰਤ ਇੱਕ ਹੈ ਮੇਰੀ, ਮੈਂ ਤੁਹਾਡੇ ਘਰ ਦਾ ਸਭ ਗੋਹਾ ਕੂੜਾ ਜਿਤਨਾ ਵੀ ਕਰਾਂ ਕਹੋਗੇ ਉਹ ਕਰੂੰ, ਪਰ ਜੇ ਅਗਰ ਤੁਸੀਂ ਮੇਰੇ ਕੰਨੀ ਮਾੜੀ ਨਿਗਾਹ ਨਾਲ ਦੇਖਿਆ ਨਾ, ਫੇਰ ਨਹੀਂ। ਫਿਰ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਰਾਮ ਲਾਲ ਸੇਠ ਆ ਗਿਆ, ਨਾ ਰਾਮ ਲਾਲ। ਘਰ ਵਿੱਚ ਪਤੀ ਤੇ ਪਤਨੀ ਦੋਨੋਂ ਇਹਨੇ, ਬੱਚਾ ਕੋਈ ਹੈ ਨਹੀਂ। ਪਤਨੀ ਜਿਹੜੀ ਉਹ ਤੋਂ ਘਰ ਦਾ ਕੰਮ ਧੰਦਾ ਹੁੰਦਾ ਨਹੀਂ, ਸਰੀਰ ਕਰਕੇ ਬੁੱਝਲ ਹੈ। ਉਹਨੇ ਆ ਕੇ ਕਿਹਾ, ਬੇਟਾ ਬੱਚੀ ਮੈਂ ਤੇਰੀ 500 ਬੋਰ ਦੇ ਦੇਣਾ, ਪਰ ਤੈਨੂੰ ਜ਼ਿੰਦਗੀ ਭਰ ਵਾਸਤੇ ਖਰੀਦੂੰਗਾ। ਸਾਰੀ ਜ਼ਿੰਦਗੀ ਤੈਨੂੰ ਮੇਰੇ ਘਰ ਦਾ ਕੰਮ ਧੰਦਾ ਕਰਨਾ ਪਊਗਾ, ਨਾ ਤਾਂ ਤੈਨੂੰ ਮੈਂ ਕੋਈ ਬਸਤਰ ਦੇਵਾਂ ਪਾਉਣ ਵਾਸਤੇ,
ਤੇ ਨਾ ਤੈਨੂੰ ਕੋਈ ਹੋਰ ਕੋਈ ਜਿਹੜਾ ਹੈ ਉਹ ਧਨ ਪਦਾਰ ਦੇਵਾਂ, ਕੇਵਲ ਤੈਨੂੰ ਇੱਕ ਵਾਰੀ ਤੇਰੀ 500 ਮੋਹਰ ਮੈਂ ਦੇ ਦਿੰਨਾ ਹੈ, ਪਰ ਤੈਨੂੰ ਕੇਵਲ 2 ਟਾਈਮ ਦੀ ਰੋਟੀ ਤੈਨੂੰ ਕੱਲੀ ਨੂੰ ਮਿਲੂ, ਤੇਰੇ ਪੁੱਤਰ ਨੂੰ ਨਹੀਂ ਮਿਲਦੀ ਹੈ। ਪੁੱਤਰ ਨੂੰ ਕਿਤੇ ਮਰਜੀ ਛੱਡ। ਹੁਣ ਮਹਾਰਾਣੀ ਤਾਰਾ ਕਹਿਣ ਲੱਗੀ ਮੈਂ ਪੁੱਤਰ ਨੂੰ ਕਿੱਥੇ ਛੱਡਾ, ਕਿਉਂ? ਉਹ ਇਸੇ ਪੁੱਤਰ ਨੂੰ ਦੇਖ ਦੇਖ ਕੇ ਤਾਂ ਮੈਂ ਜਿਉਂਦੀ ਹਾਂ। ਰਾਜ ਭਾਗ ਛੱਡ ਆਈ, ਮੈਨੂੰ ਕੋਈ ਦੁੱਖ ਨਹੀਂ ਹੋਇਆ, ਪਰ ਜਦੋਂ ਤੁਸੀਂ ਪੁੱਤਰ ਨੂੰ ਪਾਸੇ ਕਰਨ ਦਾ ਕਹਿਣਾ ਹੁਣ ਮੈਨੂੰ ਬਹੁਤ ਦੁੱਖ ਲੱਗਿਆ। ਮਹਾਰਾਣੀ ਤਾਰਾ ਕਹਿਣ ਲੱਗੀ ਪੁੱਤਰ ਵੀ ਮੇਰੇ ਨਾਲ ਰਹੂਗਾ, ਮੈਨੂੰ ਰੋਟੀ ਦੇ ਦਿਓ, ਮੈਂ ਆਪਣੇ ਵਿੱਚ ਅੱਧੀ ਰੋਟੀ ਪੁੱਤਰ ਨੂੰ ਦੇ ਦਿਆ ਕਰੂੰਗੀ, ਮੈਂ ਅੱਧੀ ਖਾ ਕੇ ਗੁਜ਼ਾਰਾ ਕਰ ਲਿਆ ਕਰੂੰ। ਰਾਮ ਲਾਲ ਸੇਠ ਨੇ 500 ਮੋਹਰ ਦੇ ਦਿੱਤੀ ਮਹਾਰਾਣੀ ਤਾਰਾ ਦੀ। ਜਦੋਂ ਮਹਾਰਾਣੀ ਤਾਰਾ ਜਾਣ ਲੱਗੀ ਨਾ, ਪੁੱਤਰ ਸੀ ਜਿਹੜਾ, ਉਸ ਪੁੱਤਰ ਨੇ ਜਾ ਕੇ ਇੱਕ ਲੱਤ ਆਪਣੇ ਪਿਤਾ ਦੀ ਫੜ ਲਈ, ਇੱਕ ਰਾਣੀ ਦੀ ਫੜ ਲਈ, ਮਾਤਾ ਦੀ ਫੜ ਲਈ। ਕਹਿਣ ਤੋਂ 7 ਸਾਲ ਦੇ ਬੱਚੇ ਨੂੰ ਗਿਆਨ ਪਤਾ ਹੁੰਦਾ ਸਭ ਕੁਝ। ਇਹ ਅੱਜ ਮੇਰੇ ਸਾਹਮਣੇ ਵਿਕ ਰਹੇ ਨੇ, ਵਿਵਤਾ ਦੀ ਘੜੀ ਹੈ। ਮਹਾਰਾਜਾ ਹਰੀ ਚੰਦ ਦੇ ਅੱਖਾਂ ਵਿੱਚੋਂ ਪਾਣੀ ਆ ਗਿਆ। ਓਏ ਪੁੱਤ, ਜਦੋਂ ਇਹ ਲੱਤਾਂ ਨੂੰ ਬੱਚਾ ਚਿੰਬੜ ਜਾਵੇ ਨਾ, ਆ ਕੇ ਦੇਖੋ ਕਿਵੇਂ ਜੇ ਮਹਿਸੂਸ ਹੁੰਦਾ। ਤੁਸੀਂ ਆਪੇ, ਤੁਸੀਂ ਕਿਤੇ ਬਾਹਰ ਜਾਓ, ਬਾਹਰ ਕਿਤੇ ਤੁਸੀਂ ਜਾਂਦੇ ਹੋ ਨਾ, ਪੁੱਤਰ ਭੱਜ ਕੇ ਪਿੱਛੇ ਲੱਗ ਜਾਵੇ, ਉਹਨੂੰ ਛੱਡ ਕੇ ਜਾਣਾ ਹੀ ਨਹੀਂ ਔਖਾ ਹੋ ਜਾਂਦਾ, ਹੱਦ ਤੋਂ ਜ਼ਿਆਦਾ। ਉਹਦਾ ਮੂੰਹ ਵੀ ਉਸ ਵਕਤ ਇਹੋ ਜਿਹਾ ਹੁੰਦਾ ਹੈ, ਉਹਦੇ ਅੰਦਰਲੀ ਆਵਾਜ਼ ਵੀ ਇਹੋ ਜਿਹੀ ਹੁੰਦੀ ਹੈ ਵੀ ਮੈਨੂੰ ਵੀ ਨਾਲ ਲੈ ਕੇ ਜਾਓ। ਮੈਨੂੰ ਜਦੋਂ ਆਪਣੇ ਰਿਸ਼ਤੇਦਾਰੀ ਜਾਣਾ, ਚਲੋ ਬਾਹਰ ਅੰਦਰ ਵੀ ਜਾਣਾ ਹੋਵੇ ਉਹ ਵੀ ਮੰਨ ਲਓ, ਪਰ ਜਿੱਥੇ ਪਤੀ ਤੇ ਪਤਨੀ ਦੇ ਵਿਛੋੜੇ ਪੈ ਰਹੇ ਹਨ, ਪੁੱਤਰ ਵੇਖ ਰਿਹਾ ਮੇਰੀ ਮਾਤਾ 500 ਮੋਹਰ ਦੇ ਵਿੱਚ ਵਿਕ ਗਈ, ਮੇਰਾ ਪਿਤਾ ਆਵਾਜ਼ਾਂ ਦੇ ਰਿਹਾ ਖੜਾ ਵੀ ਮੈਨੂੰ ਵੀ ਕੋਈ ਖਰੀਦ ਲਓ, ਤੇ ਉਹ ਰਾਜੇ ਹਰੀ ਚੰਦ ਦੇ ਅੱਖਾਂ ਵਿੱਚੋਂ ਪਾਣੀ ਆਇਆ ਤੇ ਕਹਿ ਰਿਹਾ ਅੱਜ 7 ਸਾਲ ਦਾ ਪੁੱਤਰ ਹੋ ਗਿਆ, ਉਹ ਛੱਡਣਾ ਪਿਆ ਹੈ ਪੁੱਤ 7 ਸਾਲ ਪਾਲ ਕੇ ਜੀ, 7 ਸਾਲ ਪਾਲ ਕੇ ਛੱਡਣਾ ਪਿਆ ਹੈ ਪੁੱਤ 7 ਸਾਲ ਪਾਲ ਕੇ, 7 ਸਾਲ ਪਾਲ ਕੇ ਛੱਡਣਾ ਪਿਆ ਹੈ ਪੁੱਤ 7 ਸਾਲ ਪਾਲ ਕੇ, 7 ਸਾਲ ਪਾਲ ਕੇ ਛੱਡਣਾ ਪਿਆ ਹੈ ਪੁੱਤ 7 ਸਾਲ ਪਾਲ ਕੇ, 7 ਸਾਲ ਪਾਲ ਕੇ ਛੱਡਣਾ ਪਿਆ ਹੈ ਪੁੱਤ 7 ਸਾਲ ਪਾਲ ਕੇ, 7 ਸਾਲ ਪਾਲ ਕੇ ਛੱਡਣਾ ਪਿਆ ਹੈ ਪੁੱਤ 7 ਸਾਲ ਪਾਲ ਕੇ, 7 ਸਾਲ ਪਾਲ ਕੇ। 7 ਸਾਲ ਦਾ ਕਰਕੇ ਪੁੱਤਰ ਛੱਡਣਾ ਬਹੁਤ ਔਖਾ ਹੈ, ਪਰ ਮਹਾਰਾਣੀ ਤਾਰਾ ਆਵਾਜ਼ ਦੇਤੀ ਸੇ ਰਾਮ ਲਾਲ ਸੇਠ ਦੇ ਨਾਲ ਸਾਰੀਆਂ ਸ਼ਰਤਾਂ ਦੱਸ ਦਿੱਤੀਆਂ, ਪਰ ਰਾਣੀ ਨੇ ਧਰਮ ਕਮਾਇਆ, ਮਹਾਰਾਜੇ ਤਾਂ ਹਰੀ ਚੰਦ ਨੇ ਵੀ ਧਰਮ ਕਮਾਇਆ। ਕਿਵੇਂ? ਮੇਰੇ ਗੁਰਦੇਵ ਜਹੇਦਾਰ ਬਾਬਾ ਗੁਰਮੇਲ ਸਿੰਘ ਜੀ ਪੰਛੀ ਸਾਹਿਬ, ਜਿਨ੍ਹਾਂ ਦੇ ਨਾਲ ਮੈਂ ਤਕਰੀਬਨ 4-5 ਸਾਲ ਖੜ ਕੇ ਅਸੀਂ ਢਾਡੀ ਵੀ ਗਾਉਂਦੇ ਰਹੇ ਹਾਂ। ਅੱਜ ਮੇਰਾ ਇਹ ਬੱਚਾ ਮੈਨੂੰ ਕਹਿ ਦਿੰਦਾ ਤੂੰ ਜਿਹੜਾ ਪ੍ਰਚਾਰ ਨਾ ਟਕਾਈ ਵਿੱਚ ਕਰ, ਤੂੰ ਢਾਡੀਆਂ ਵਾਂਗੂ ਪ੍ਰਚਾਰ ਕਰਦਾ ਹੈ। ਮੈਂ ਕਿਹਾ ਜਿਹੜੀ ਇੱਕ ਵਾਰੀ ਰੀਲ ਬੈਠ ਗਈ ਨਾ 87, 88, 99, 90, ਉਦੋਂ ਮੈਂ ਹੋਇਆ ਤਾਂ ਛੋਟਾ ਜਿਹਾ ਸੀ, ਢੱਡ ਵਜਾਉਂਦਾ ਹੁੰਦਾ ਖੜ ਕੇ ਮੇਰੇ ਉਸਤਾਦ ਦੀ ਨਾਲ। ਉਹਨਾਂ ਦੇ ਬੜੇ ਪਿਆਰ ਦੀਆਂ ਇਹ ਜਿਹੜਾ ਪ੍ਰਸੰਗ ਸੁਣਾਉਂਦੇ ਨੇ, ਜਦੋਂ ਕਈ ਘੰਟੇ ਲਾਉਂਦੇ ਲਗਾਤਾਰ ਸੁਣਾਉਂਦੇ ਨੇ, ਕਈ ਘੰਟਿਆਂ ਦੇ ਵਿੱਚ ਕਹਿ ਕੇ ਅਗਲਾ ਕਹਿੰਦਾ ਹੁੰਦਾ ਵੀ ਆਹ ਸੁਣਾ ਦਿਓ ਜੀ ਸਾਨੂੰ। ਅੱਜ ਖੰਡ ਪਾਠ ਹੁੰਦਾ ਨਾ, ਜਦੋਂ ਜਾਂਦੇ ਰਾਤ ਨੂੰ ਦੀਵਾਨ ਹੁੰਦਾ, ਉਹ ਕਹਿੰਦੇ ਸੁਣਾ ਦੂੰ ਪਰ ਕਾਹਲੀ ਨਾ ਕਲਿਓ, ਬੈਠਿਓ ਸਮਾਰ ਕੇ। ਫਿਰ 4-4 ਘੰਟੇ ਉਹਨਾਂ ਨੇ ਲਗਾਤਾਰ ਖੜ ਕੇ ਗਾਉਂਦੇ ਹੁੰਦੇ, ਬੜਾ ਪਿਆਰ, ਬੜਾ ਉਹਨਾਂ ਦੀ ਜ਼ੁਬਾਨ ਵਿੱਚ ਰਸ ਸੀ। ਉਹ ਕਹਿਣ ਲੱਗੇ ਫਿਰ ਮਹਾਰਾਣੀ ਤਾਰਾ ਨੇ ਤੇ ਰਾਜੇ ਹਰੀ ਚੰਦ ਨੇ ਧਰਮ ਕੀ ਕਮਾਇਆ ਜੀ, ਵਿਕ ਗਈ ਵਿੱਚ ਕਾਂਸੀ ਦੇ ਧਰਮ ਦੀ ਖਾਤਰ ਤਾਰਾ ਰਾਣੀ, ਉਹ ਵਿਕ ਗਈ ਧਰਮ ਦੀ ਖਾਤਰ ਤਾਰਾ, ਵਿਕ ਗਈ ਵਿੱਚ ਕਾਂਸੀ ਦੇ ਧਰਮ ਦੀ ਖਾਤਰ ਤਾਰਾ ਰਾਣੀ, ਵਿਕ ਗਈ ਵਿੱਚ ਕਾਂਸੀ ਦੇ ਧਰਮ ਦੀ ਖਾਤਰ ਤਾਰਾ ਰਾਣੀ, ਵਿਕ ਗਈ ਵਿੱਚ ਕਾਂਸੀ ਦੇ ਖਾਤਰ ਤਾਰਾ ਰਾਣੀ, ਵਿਕ ਗਈ ਵਿੱਚ ਕਾਂਸੀ ਦੇ ਧਰਮ ਦੀ ਖਾਤਰ ਤਾਰਾ ਰਾਣੀ, ਉਹ ਧਰਮ ਦੀ ਖਾਤਰ ਤਾਰਾ ਰਾਣੀ, ਖਾਤਰ ਤਾਰਾ ਰਾਣੀ, ਧਰਮ ਦੀ ਖਾਤਰ ਤਾਰਾ ਰਾਣੀ,
ਖਾਤਰ ਤਾਰਾ ਰਾਣੀ, ਖਾਤਰ ਤਾਰਾ ਰਾਣੀ, ਧਰਮ ਦੀ ਖਾਤਰ ਤਾਰਾ ਰਾਣੀ, ਧਰਮ ਦੀ ਖਾਤਰ ਤਾਰਾ ਰਾਣੀ, ਧਰਮ ਦੀ ਖਾਤਰ ਤਾਰਾ ਰਾਣੀ, ਖਾਤਰ ਤਾਰਾ ਰਾਣੀ, ਖਾਤਰ ਤਾਰਾ ਰਾਣੀ, ਧਰਮ ਦੀ ਖਾਤਰ ਤਾਰਾ ਰਾਣੀ, ਵਿਕ ਗਈ ਵਿੱਚ ਕੰਸੀ ਦੇ ਧਰਮ ਦੀ ਖਾਤਰ ਤਾਰਾ ਰਾਣੀ, ਵਿਕ ਗਈ ਵਿੱਚ ਕੰਸੀ ਦੇ ਧਰਮ ਦੀ ਖਾਤਰ ਤਾਰਾ ਰਾਣੀ, ਕੰਸੀ ਦੇ ਧਰਮ ਦੀ ਖਾਤਰ ਤਾਰਾ ਰਾਣੀ, ਵਿਕ ਗਈ ਵਿੱਚ ਕੰਸੀ ਦੇ ਧਰਮ ਦੀ ਖਾਤਰ ਤਾਰਾ ਰਾਣੀ, ਧਰਮ ਦੀ ਖਾਤਰ ਤਾਰਾ ਰਾਣੀ, ਵਿਕ ਗਈ ਵਿੱਚ ਕੰਸੀ ਦੇ ਧਰਮ ਦੀ ਖਾਤਰ ਤਾਰਾ ਰਾਣੀ। ਬਸ ਫਿਰ ਮਹਾਰਾਣੀ ਤਾਰਾ ਨੇ ਆਪਣਾ ਧਰਮ ਕਮਾਇਆ। ਰਾਜਾ ਹਰੀਚੰਦ ਵੀ ਕਿਹਾ ਕਿ ਕੱਲ ਨੂੰ ਵਿਚਾਰ ਇੱਥੋਂ ਫਿਰ ਸ਼ੁਰੂ ਕਰਾਂਗੇ ਇਸੇ ਤਾਲਣਾ ਤੋਂ। ਬਹੁਤ ਬਹੁਤ ਧੰਨਵਾਦ ਹੈ ਭਾਈ। ਅੰਮ੍ਰਿਤ ਵੇਲੇ ਜੁੜ ਕਰਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਮਨੁੱਖਾ ਜੀਵਨ ਸਫਲ ਬਣਾਉਂਦੇ ਹੋ, ਤੁਹਾਡੇ ਵੱਡੇ ਭਾਗ ਹਨ। ਜਿਹੜੇ ਉਸ ਮੌਸਮ ਦੀ ਵੀ ਨਾ ਪਰਵਾਹ ਕਰਦੇ ਹੋਏ, ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਕੇਵਲ ਗੁਰੂ ਤੇ ਹੁੰਦਾ ਵੀ ਆਪਾਂ ਗੁਰੂ ਕੋਲ ਚ ਕੋਈ ਨਹੀਂ ਯਾਰ ਫੇਰ ਕੇ ਭਿੱਜੋ ਸਿਜੋ ਕੰਬਲੀ ਅੱਲਾ ਵਰਸਾ ਮੈਂ ਹੋ ਜਾਏ ਮਿਲਾ ਤਨ ਸੱਜਣਾ ਮੇਰੇ ਟੁੱਟੋ ਨਾਹੀ ਨੇਹੋ। ਇਸ ਕਰਕੇ ਉਹਨਾਂ ਗੁਰਸਿੱਖਾਂ ਦੇ ਵੱਡੇ ਭਾਗ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜੋ ਗੁਰ ਚਰਣੀ ਸਿੱਖ ਪੜ੍ਹਤੇ ਆ, ਕਹਿੰਦੇ ਉਹਨਾਂ ਗੁਰਸਿੱਖਾਂ ਦੇ ਵੱਡੇ ਭਾਗ ਨੇ ਜਿਹੜੇ ਅੰਮ੍ਰਿਤ ਵੇਲੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਬਾਣੀ ਪੜ੍ਹਦੇ ਤੇ ਸੁਣਦੇ ਹਨ। ਰਾਮ ਕਲੀਮਲਾ ਤੀਜਾ ਆਨੰਦ ਕੋ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਏ। ਸਤਿਗੁਰ ਦਾ ਪਾਇਆ ਸੱਚੀ ਮਨ ਵਜੀਆਂ ਵਧਾਇਆ, ਰਾਗ ਤਨ ਪਰਿਵਾਰ ਪ੍ਰੀਆਂ ਸ਼ਬਦ ਗਾਵਣੀਆਂ ਆਈਆਂ, ਸ਼ਬਦ ਤਾ ਗਾਵੋ ਅਲੀ ਤੇਰਾ ਮਨ ਜਿਨੀ ਵਧਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਦਾ ਦੁਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋਵਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕਿਛ ਹੈ ਜਿੰਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ, ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨੀ ਇੱਛਾ ਸਭ ਪੁਜਾਈਆਂ। ਸਦਾ ਗੁਰਬਾਨ ਕੀਤਾ ਗੁਰਮਤਿ ਹੋ ਜਿਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰ ਪਿਆਰੋ ਸੱਚਾ, ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਦਿਤ ਕਰ ਸੁਭਾਗਾ। ਭਾਗਾ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ, ਅੱਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖੋ ਆਦਿਤ ਕਰ ਅਨਹਦ ਵਾਜੇ। ਨੰਦ ਸੁਨੋ ਬੜ ਪਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਛੋਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਦਰਦੇ ਪੂਰੇ ਗੁਰ ਤੇ ਜਾਈ। ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਆ ਭਰਪੂਰੇ, ਬ੍ਰਹਮਣ ਗੁਰ ਚਰਨ ਲਾਗੇ ਵਾਜੇ ਅਨਾਦ ਚੂਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।